ਮੋਹਾਲੀ ਐਸਐਸਪੀ ਦੀਪਕ ਪਾਰਿਕ ਨੇ ਪ੍ਰੈਸ ਕਾਨਫਰੰਸ ਕਰ ਦੱਸਿਆ ਕਿ ਮੋਹਾਲੀ ਪੁਲਿਸ ਵੱਲੋਂ ਮਾੜੇ ਅਨਸਰਾਂ ਅਤੇ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਕਰਦੇ ਹੋਏ 4 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ 200 ਗ੍ਰਾਮ ਹੈਰੋਇਨ, 8,10,000 रुपये ड्रग मनी, 2 नाजायज़ हथियार, .32 बोर समेत 11 कारतूस, 5 कारतूस 30 बोर ਅਤੇ 2 ਗੱਡੀਆਂ ਬਰਾਮਦ ਕਰਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ। CIA ਵੱਲੋਂ ਜਿਹੜੇ ਵੱਖ-ਵੱਖ ਇਹਨਾਂ ਦੀ ਅਚੀਵਮੈਂਟਸ ਹੈਗੀ ਪਿਛਲੇ ਕੁਝ ਦਿਨਾਂ ਦੀ ਉਹਦੇ ਬਾਰੇ ਅੱਜ ਗੱਲ ਕਰਨ ਲਈ ਪ੍ਰੈਸ ਕਾਨਫਰੰਸ ਰੱਖੀ ਹੈ। ਪਹਿਲਾ ਕੇਸ ਹੈਗਾ ਜਿਹਦੇ ਵਿੱਚ ਇਹਨਾਂ ਨੇ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਕੋਲੋਂ 211 ਗ੍ਰਾਮ ਹੈਰੋਇਨ, 8,10,000 रुपये ਜਿਹੜਾ ਡਰਗ ਮਨੀ ਹੈਗਾ, 2 ਨਾਜਾਇਜ਼ ਹਥਿਆਰ, 11 कारतूस और ਦੂਜੇ ਦੇ ਵਿੱਚ 5 कारतूस और 2 ਗੱਡੀਆਂ ਜਿਹੜੀ ਹੈਗੀ ਹੈ, ਇੱਕ ਥਾਰ ਗੱਡੀ, ਇੱਕ ਦੂਜੀ ਸਵਿਫਟ ਗੱਡੀ ਜਿਹੜੀ ਹੈਗੀ ਬਰਾਮਦ ਕੀਤੀ ਗਈ ਹੈ। ਸੋ ਇਹ 3 ਵਿਅਕਤੀ ਪਹਿਲਾਂ ਇਹਨਾਂ ਵੱਲੋਂ ਫੜੇ ਗਏ ਸੀਗੇ। ਇਨਫੋਰਮੇਸ਼ਨ ਤੇ ਸਤਨਾਮ ਸਿੰਘ, ਇੰਦਰ ਸਿੰਘ, ਇਹਨਾਂ ਦੇ 2 ਵਿਅਕਤੀ ਜਿਹੜੇ ਹੈਗੇ ਮੋਹਾਲੀ ਦੇ ਰਹਿਣ ਵਾਲੇ, ਸੁਖਵਿੰਦਰ ਨਕੋਦਾ ਦਾ ਰਹਿਣ ਵਾਲਾ ਹੈਗਾ। ਇਹਨਾਂ ਕੋਲੋਂ ਜਦੋਂ ਇਹ ਆਰਮਸ ਵਗੈਰਾ ਫੜੇ ਗਏ, ਬਾਅਦ ਦੇ ਵਿੱਚ ਇਹਨਾਂ ਦੀ ਪੁੱਛਗਿੱਛ ਤੋਂ ਹੀ ਜਿਹੜਾ ਚੌਥਾ ਸਾਥੀ ਇਹਨਾਂ ਦਾ ਹੈਗਾ ਸੁਹੇਲ, ਉਹ ਫੜਿਆ ਗਿਆ। ਸੋ ਇਹਦੇ ਵਿੱਚ ਅੱਗੇ ਜਿਹੜੀ ਹੈਗੀ ਤਫਤੀਸ਼ ਅਸੀਂ ਕਰਨੀ ਹੈ ਕਿ ਇਹ ਜਿਹੜੇ ਹਥਿਆਰ ਹੈ ਕਿਸ ਪਰਪਸ ਲਈ ਲੈ ਕੇ ਆਏ ਸੀਗੇ, ਕਿੱਥੋਂ ਲੈ ਕੇ ਆਏ ਸੀਗੇ, ਔਰ ਜਿਹੜੀ ਹੀਰੋਇਨ ਹੈਗੀ ਹੈ ਉਹ ਕਿੱਥੋਂ ਲੈ ਕੇ ਆਉਂਦੇ ਸੀ। ਜਿਹੜੇ ਸਾਡਾ ਯੁੱਧ ਨਸ਼ਾ ਵਿਰੁੱਧ ਚੱਲ ਰਿਹਾ ਉਸੀ ਦੀ ਮੁਹਿੰਮ ਦੇ ਵਿੱਚ ਇਹ ਜਿਹੜਾ ਮੁਕੱਦਮਾ ਕੀਤਾ ਗਿਆ। ਸੋ ਜਿਹੜਾ ਇਹ ਡਰਗ ਮਨੀ ਹੈਗਾ 8,10,000 रुपये, ਇਹਦਾ ਅਸੀਂ ਆਪਣੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਯੂਨਿਟ ਰਾਹੀਂ ਸਪੈਸ਼ਲ ਇਨਵੈਸਟੀਗੇਸ਼ਨ ਕਰਾਵਾਂਗੇ ਕਿ ਇਹਦਾ ਸੋਰਸ ਕੀ ਹੈਗਾ ਤੇ ਕਿਹੜੇ ਰੂਟ ਰਾਹੀਂ ਜਿਹੜਾ ਇਹਨਾਂ ਤੱਕ ਇਹ ਪੈਸਾ ਪਹੁੰਚਿਆ ਸੀ। ਦੂਜਾ ਮੈਟਰ ਹੈਗਾ ਜੀ, ਇੱਕ ਧਰਮਿੰਦਰ ਕੁਮਾਰ ਦਾ ਵਿਅਕਤੀ ਹੈਗਾ ਜਿਹਦੀ ਇਨਫੋਰਮੇਸ਼ਨ ਤੇ ਜਿਹੜੀ ਹੈਗੀ ਜਿਹਦੇ ਪਰਚਾ ਦਿੱਤਾ ਗਿਆ ਸੀਗਾ ਆਰਮਸ ਐਕਟ ਦਾ, ਜਿਹਦੇ ਕੋਲੋਂ ਇੱਕ ਨਾਜਾਇਜ਼ ਪਿਸਟਲ, 315 ਬੋਰ ਸਮੇਤ 2 ਕਾਰਤੂਸ ਬਰਾਮਦ ਕੀਤੇ ਗਏ। ਇਹਦੀ ਵੀ ਪੁੱਛਗਿੱਛ ਦੌਰਾਨ ਅਸੀਂ ਪਤਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸੋਰਸ ਆਫ ਵੈਪਨ ਕੀ ਹੈ ਤੇ ਉਹਦਾ ਇਸਤੇਮਾਲ ਕਿੱਥੇ ਕਰਨਾ ਸੀ। ਤੀਜਾ ਜਿਹੜਾ ਇੱਕ ਕੁਝ ਦਿਨ ਪਹਿਲਾਂ ਸਾਡੇ ਇੱਥੇ ਵਾਰਦਾਤ ਹੋਈ ਸੀਗੀ, ਇੱਕ ਮਨਦੀਪ ਸਿੰਘ ਨਾਮ ਦਾ ਵਿਅਕਤੀ ਹੈਗਾ ਸੋਹਾਣੇ ਦੇ ਵਿੱਚ, ਉਹਦੀ ਗੱਡੀ ਜਿਹੜੀ ਘਰ ਦੇ ਬਾਹਰ ਖੜੀ ਸੀਗੀ, ਉਹਨੂੰ ਕੋਈ ਅੱਗ ਲਗਾ ਕੇ ਚਲਾ ਗਿਆ ਸੀਗਾ। ਸੋ ਇਸ ਵਿਅਕਤੀ ਨੇ ਇਹ ਆਰੋਪ ਲਗਾਇਆ ਸੀ ਕਿ ਐਕਸਟੋਰਸ਼ਨ ਕਰਕੇ ਜਿਹੜਾ ਹੈਗਾ ਮੇਰੀ ਗੱਡੀ ਨੂੰ ਸਾੜਿਆ ਗਿਆ। ਸੋ ਉਸ ਕੇਸ ਦੇ ਵਿੱਚ ਵੀ ਇਹਨਾਂ ਨੇ ਕਾਫੀ ਮਿਹਨਤ ਕਰਕੇ ਟੈਕਨੀਕਲ ਇੰਟੈਲੀਜੈਂਸ ਨੂੰ ਯੂਜ਼ ਕਰਕੇ, ਹਿਊਮਨ ਇੰਟੈਲੀਜੈਂਸ ਨੂੰ ਯੂਜ਼ ਕਰਕੇ, ਬਾਕੀ ਆਪਣੇ ਜਿਹੜੇ ਹੈਗੇ ਇਨਵੈਸਟੀਗੇਟਿਵ ਮੈਥਡ ਦੇ ਰਾਹੀਂ ਇਸ ਕੇਸ ਨੂੰ ਵੀ ਕ੍ਰੈਕ ਕਰ ਲਿਆ। ਜਿਸ ਦਾ ਮਾਸਟਰਮਾਈਂਡ ਹੈਗਾ ਇਹਦਾ ਹੀ ਇੱਕ ਕਜ਼ਨ ਹੈ ਜੋ ਬਾਹਰ ਰਹਿੰਦਾ ਹੈ। ਸੋ ਉਹਨੇ ਬਾਕੀ ਜਿਹੜੇ ਵਿਅਕਤੀ ਹੈਗੇ 2 ਜੋ ਫੜੇ ਗਏ, ਆਸ਼ੂ ਅਤੇ ਚੰਦਨ, ਉਹਨਾਂ ਨਾਲ ਗੱਲਬਾਤ ਕਰਕੇ ਜਿਹੜਾ ਹੈਗਾ ਉਹਨਾਂ ਨੂੰ ਭੇਜ ਕੇ ਇਹਦੀ ਗੱਡੀ ਜਿਹੜੀ ਹੈਗੀ ਉਹਦੇ ਅੱਗ ਲਗਵਾਈ ਸੀਗੀ। ਇਹਨਾਂ ਦਾ ਆਪਸ ਦੇ ਵਿੱਚ ਪੁਰਾਣੀ ਰੰਜਿਸ਼ ਜਿਹੜੀ ਬਾਜੀ ਉਹ ਚੱਲਦੀ ਹੈ। ਸੋ ਜਿਹੜਾ ਇਹ ਵਿਅਕਤੀ ਬਾਹਰ ਬੈਠਾ ਇਹਨਾਂ ਨੂੰ ਅਸੀਂ ਨਾਮਜ਼ਦ ਕਰ ਲਿਆ। ਇਹਦੇ ਵਿੱਚ 2 ਦੋਸ਼ੀ ਫੜੇ ਗਏ, ਕਪਿਲ ਤੇ ਕਿਰਪਾਲ ਨੂੰ ਅਸੀਂ ਨਾਮਜ਼ਦ ਕਰ ਲਿਆ, ਉਹ ਵੀ ਜਲਦੀ ਫੜੇ ਜਾਣਗੇ। ਸਰ ਜਿਹੜਾ ਫਸਟ ਆਫ ਆਲ ਜਿਹੜੇ ਤੁਸੀਂ ਦੱਸਿਆ 4 ਦੋਸ਼ੀ ਫੜੇ ਗਏ ਨੇ ਜਿਹੜੇ ਯੰਗਸਟਰਸ ਨੇ, ਲਾਈਕ 22 ਸਾਲ ਦਾ, ਕੋਈ 24 ਸਾਲ ਦਾ, ਕੋਈ 25 ਸਾਲ ਦਾ, ਸਪਲਾਈ ਵਗੈਰਾ ਕਿੱਥੇ ਕਰਦੇ ਸੀ? ਉਹੀ ਅਸੀਂ ਉਹ ਇਨਵੈਸਟੀਗੇਸ਼ਨ ਦੌਰਾਨ ਦੇਖ ਰਹੇ ਹਾਂ। ਜਿਵੇਂ ਕਿ ਇਹਦੇ ਵਿੱਚ ਜਿਹੜਾ ਸਤਨਾਮ ਸਿੰਘ ਹੈਗਾ, ਇਹ 'ਤੇ ਪਹਿਲਾਂ ਵੀ ਇੱਕ ਪਰਚਾ ਹੈਗਾ ਆਰਮਸ ਐਕਟ ਦਾ 2024 ਦਾ 12ਵੇਂ ਮਹੀਨੇ ਦਾ ਪਰਚਾ ਹੈਗਾ ਸਿਟੀ ਖਰੜ ਦੇ ਵਿੱਚ। ਦੂਜਾ ਇੱਕ ਜਿਹੜਾ ਦੋਸ਼ੀ ਸੁਹੇਲ ਹੈਗਾ, ਇਹਦੇ ਖਿਲਾਫ ਵੀ 307 ਦਾ ਮੁਕੱਦਮਾ ਹੈ। ਸੋਹਾਣੇ ਥਾਣੇ ਦੇ ਵਿੱਚ ਇੱਕ 452 ਦਾ ਮੁਕੱਦਮਾ ਹੈਗਾ ਸੋਹਾਣੇ। ਸੋ 2 ਵਿਅਕਤੀ ਤਾਂ ਇਹਦੇ ਵਿੱਚ ਆਲਰੇਡੀ ਕ੍ਰਿਮੀਨਲ ਬੈਕਗਰਾਊਂਡ ਦੇ ਹੈਗੇ। ਇਹਨਾਂ ਦੇ ਕ੍ਰਿਮੀਨਲ ਬੈਕਗਰਾਊਂਡ ਬਾਕੀ ਦੇ ਵੀ ਟ੍ਰੇਸ ਕਰ ਰਹੇ ਹਾਂ ਤੇ ਦੇਖ ਰਹੇ ਕਿੱਥੋਂ ਲੈ ਕੇ। ਇਸ ਮਤਲਬ ਜਿਹੜੇ ਇਹ ਹਥਿਆਰ ਤੁਹਾਨੂੰ ਬਰਾਮਦ ਹੋਏ ਨੇ, ਕੀ ਇਹ ਲੋਕਲ ਹਥਿਆਰ ਨੇ, ਕੀ ਇਹ ਬਾਹਰੋਂ ਆਏ ਹਥਿਆਰ ਨੇ? ਕਿਉਂਕਿ ਇੱਕ ਪਾਸੇ ਤਾਂ ਇਹ ਗੱਲ ਕਹੀ ਜਾ ਰਹੀ ਕਿ ਬਾਰਡਰ ਸਿਕਿਉਰ ਕੀਤੇ ਗਏ ਨੇ, ਪਰ ਹਥਿਆਰ ਫਿਰ ਵੀ ਜਿਹੜੇ ਮਿਲ ਰਹੇ, ਇਹ ਜਿਹੜੇ ਹੈਗੇ ਲੋਕਲ ਹਥਿਆਰ ਹੈਗੇ, ਦੇਸੀ ਟਾਈਪ ਦੇ ਵੈਪਨਸ ਹੈਗੇ। सो मोस्ट प्रोबेबली ये हिंटरलैंड तो आएगा। पूछताछ भी कर रहे हैं हम लोग, इनकी रिमांड हमने ली है, तो पूछताछ में पता लगेगा कि इनकी जो है सोर्स ऑफ हीरोइन क्या थी और इनके आगे क्लाइंट्स कौन थे जिनको मोहाली में भेजा। एनी फॉरेन इन्वॉल्वमेंट्स इन दैट? क्योंकि जिन्ने भी जो ड्रग्स समगलिंग चल रही ने या तो उन्होंने तालुकात जेलों च निकलते हैं, बाहर बैठे जिन्होंने मालक ने ਉਹੀ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜਿਹੜਾ ਡਰਗ ਮਨੀ ਉਹਦੀ ਕੁਆਂਟੀਟੀ ਠੀਕ ਹੈ 8,10,000 रुपये ਹੈਗੀ, ਕਾਫੀ ਕੁਆਂਟੀਟੀ ਹੈਗੀ ਹੈ। ਸੋ ਅਸੀਂ ਵੈਰੀਫਾਈ ਕਰ ਰਹੇ ਹਾਂ ਕਿ ਕਿਹੜੇ ਫਾਈਨੈਂਸ਼ੀਅਲ ਰੂਟ ਰਾਹੀਂ ਇਹ ਪੈਸਾ ਇਹਨਾਂ ਤੱਕ ਪਹੁੰਚਿਆ ਤਾਂ ਕਿ ਜੇਕਰ ਕੋਈ ਹੋਰ ਵੀ ਐਲੀਮੈਂਟ ਹੈਗਾ ਕੀ ਲਿੰਕਸ ਹੈਗੇ ਸਾਹਮਣੇ। ਜਿਹੜੇ 2 ਗੱਡੀਆਂ ਫੜੀਆਂ ਸਰ ਨੇ, ਕੋਈ ਥਾਰ ਤੇ ਇੱਕ ਦੂਸਰੀ, ਇਹ ਬਾਈ ਨੇਮ ਹੈ ਜਾਂ ਚੋਰੀ ਦੀ ਮਾਲਕੀ ਵਗੈरह ਅਸੀਂ ਐਸਟੈਬਲਿਸ਼ ਕਰ ਲਾਂਗੇ आरटीए ਤੋਂ, ਉਹ ਤੋਂ ਬਾਅਦ ਹੀ ਕੰਫਰਮ सर। एक जो आपको ये नशा
के विरुद्ध जो अभियान है इसका कोई जब से शुरू हुआ है कोई डाटा मिल जाए, कितने FIR रजिस्टर्ड हुई हैं, कितनी रिकवरी है अब तक की? इसका कंसोलिडेट करके आपको देखो डेटा प्रोवाइड सर जी सर ये एक जो फर्स्ट केस है जिसमें ये कार को जला दिया था, तो इनका कोई पैसे का लेन देन है या सर कोई एक्सटॉर्शन मनी इसने मांगी थी जो बाहर है? नहीं ये इधर रिलेटिव ही हैगा जी जी ਰਿਲੇਟਿਵ ਹੀ ਹੈਗਾ ਤੇ ਆਪਸ ਵਿੱਚ ਰਿਸ਼ਤੇਦਾਰ ਹੈਗੇ ਪ੍ਰਾਈਮ ਐਫਐਸਆਈ ਦਾ ਜਿਹੜਾ ਹੈਗਾ ਉਹ ਗਲੇ ਸਾਹਮਣੇ ਹੈ ਕਿ ਇਹਨਾਂ ਦਾ ਪੈਸੇ ਦਾ ਲੈਣ ਦੇਣ ਰੰਜਿਸ਼ਬਾਜੀ ਪੁਰਾਣੀ ਚੱਲਦੀ ਹੈ ਸੋ ਕਿਉਂਕਿ ਦੋਨੇ ਰਿਲੇਟਡ ਹੀ ਹੈਗੇ ਆਪਸ ਸੋ ਇਹ ਨਹੀਂ ਕਿ ਕੋਈ ਬਾਹਰੋਂ ਗੈਂਗਸਟਰ ਨੇ ਜਿਹੜਾ ਐਲੀਗੇਸ਼ਨ ਸੀਗਾ ਕਿ ਗੈਂਗਸਟਰ ਨੇ ਐਕਸਟੋਰਸ਼ਨ ਮਨੀ ਵਗੈरह ਜੀ, ਵਹੀ। ਉਹ ਚੀਜ਼ ਕੋਈ ਸਾਹਮਣੇ ਨਹੀਂ ਆਈ ਪਰ ਲੱਗਦਾ ਹੈ ਕਿ ਸਰ ਕਿਸ ਤਰੀਕੇ ਮਤਲਬ ਬਾਹਰ ਕੋਈ ਵੀ ਬੈਠਾ ਪੰਜਾਬ ਦੇ ਵਿੱਚ ਕਿਸੇ ਵੀ ਵਾਰਦਾਤ ਨੂੰ ਅੰਜਾਮ ਦੇ ਦਿੰਦਾ, ਖਾਸ ਕਰਕੇ ਜੁਵੈਨਾਈਲਸ ਨੂੰ ਜਾਂ ਫਿਰ ਨੌਜਵਾਨਾਂ ਨੂੰ ਵਰਗਲਾ ਕੇ ਜਾਂ ਪੈਸੇ ਦਾ ਮਦਦ ਦੇ ਕੇ। ਲੱਗਦਾ ਨਹੀਂ ਕਿ ਇਹ ਚੀਜ਼ਾਂ ਕਿਤੇ ਨਾ ਕਿਤੇ ਭਾਵੇਂ ਫਿਰ ਉਹ ਗੈਂਗਸਟਰ ਭਾਵੇਂ ਫਿਰ ਉਹ ਕਿਸੇ ਦਾ ਰਿਸ਼ਤੇਦਾਰ ਹੀ ਕਿਉਂ ਨਹੀਂ ਹੈ, ਇਹ ਜ਼ਿਆਦਾ ਵੱਧ ਨਹੀਂ ਹੈ ਪੰਜਾਬ ਵਿੱਚ। ਦੇਖੋ ਇਹਦੇ ਵਿੱਚ ਦੋ ਚੀਜ਼ਾਂ ਹੈਗੀਆਂ। ਇੱਕ ਤਾਂ ਇਹ ਹੈਗਾ ਕਿ ਜਿਹੜੀ ਵੀ ਕੋਈ ਇਸ ਤਰੀਕੇ ਦੀ ਇਨਸੀਡੈਂਟ ਹੋ ਰਹੀ ਹੈ ਉਹਦੇ ਵਿੱਚ ਸਾਡੀ ਟੀਮਾਂ ਨੇ ਮਿਹਨਤ ਕਰਕੇ ਉਹਨੂੰ ਕ੍ਰੈਕ ਵੀ ਕਰਨਾ, ਸੋ ਚੀਜ਼ ਸਾਹਮਣੇ ਵੀ ਆ ਜਾਂਦੀ, ਜਿਹੜਾ ਦੋਸ਼ੀ ਹੁੰਦਾ ਉਹਦੇ ਖਿਲਾਫ ਐਕਸ਼ਨ ਵੀ ਹੋ ਜਾਂਦਾ। ਦੂਜਾ ਜਿਹੜਾ ਹੈਗਾ ਅਸੀਂ ਆਪਣੇ ਵੱਲੋਂ ਸੰਪਰਕ ਪ੍ਰੋਗਰਾਮ ਚਲਾ ਕੇ ਰੱਖਦੇ ਹਾਂ, ਯੂਥ ਨਾਲ ਅਸੀਂ ਜੁੜਦੇ ਹਾਂ। ਸੋ ਕਿਉਂਕਿ ਇਹਦਾ ਕੋਈ ਟੈਂਜੀਬਲ ਫਿਗਰ ਨਹੀਂ ਹੁੰਦੀ ਇਸ ਲਈ ਆਪਾਂ ਨਹੀਂ ਕਹਿ ਸਕਦੇ, ਲੇਕਿਨ ਜਦੋਂ ਆਪਾਂ ਇੰਟਰੈਕਟ ਕਰਦੇ ਹਾਂ ਲੋਕਾਂ ਦੇ ਵਿੱਚ ਵਿਚਰਦੇ ਹਾਂ, ਯੂਥ ਨੂੰ ਜਾ ਕੇ ਮਿਲਦੇ ਹਾਂ, ਸੋ ਕਾਫੀ ਸਾਰਾ ਜਿਹੜਾ ਯੂਥ ਹੈਗਾ ਉਹਨੂੰ ਅਸੀਂ ਗਲਤ ਰਾਹ ਤੋਂ ਜਾਣ ਤੋਂ ਬਚਾਉਂਦੇ ਨਹੀਂ ਹੈਗੇ। ਸੋ ਸਮ ਆਫ them get carried away but many of them are also saved by timely intervention from the administration। सर ये जो कैमरास लगाए हुए हैं अभी एयरपोर्ट पर लेटेस्ट लगे हैं, चालान तो कट रहे हैं इनसे, अगर कोई घटना कोई हो रही है वो ऑपरेटर देख रहा है तो क्या वो हेल्प के लिए कंसर्न किसी को आगे फॉरवर्ड करता है? हाँ जी, कंट्रोल क्योंकि रूम अभी से डायरेक्ट सर संपर्क। सुहाना लाइट पॉइंट पर ना एक एक्टिवा को आग लगी है, लेडीज़ थी उस पर, आई थिंक पता नहीं किसी ने की होगी नहीं को, तो वो पूरी जली है 10 मिनट, मैं भी वहाँ यानी 5 मिनट मेरे को लगे थे, रश पड़ा था, पर कोई फायर ब्रिगेड की गाड़ी वगैरह कोई भी नहीं। तो मैं वैसे पूछ रहा हूँ कि अगर वो देख रहा है वहाँ से ऑपरेटर आपके कंट्रोल रूम में बैठा हो तो वो कोई हेल्प के लिए एफर्ट्स नहीं डेफिनेटली इनको क्लियर इंस्ट्रक्शन है कि कोई भी क्राइम होते हुए देखें किसी को हेल्प की ज़रूरत है, इनफैक्ट किसी को मेडिकल इमरजेंसी है, इमीडिएटली फायर टेंडर को एम्बुलेंस को फ़ोन करें। इस कैमरे का पर्पज़ ही है कि लोगों की कितनी हेल्प हो सकती है। जी वही सर वो आए नहीं थे तो मैं कहा सर से एक बार मैं पूछ नहीं क्लियर इंस्ट्रक्शन, कई बार वो फायर ब्रिगेड को आने में एक रीजनेबल टाइम लग जाता है ट्रैफिक वगैरह देख, जी। दैट इज़ अ पॉसिबल। थैंक यू।